ਹੈਲੋ ਸਟੂਡੈਂਟਸ, ਅੱਜ ਮੈਂ ਨੰਬਰ ਥਿਊਰੀ ਕਰਨ ਜਾ ਰਿਹਾ ਲੈਕਚਰ ਨੰਬਰ ਫਸਟ। ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਾਂਗੇ ਡਿਵਿਜ਼ੀਬਿਲਟੀ ਐਂਡ ਡਿਵੀਜ਼ਨ ਐਲਗੋਰਿਥਮ। ਇਹ ਫਸਟ ਚੈਪਟਰ ਆ। ਮੈਂ ਸ਼ਰਮਾ ਪਬਲੀਕੇਸ਼ਨ ਦੀ ਬੁੱਕ ਸਪੈਕਟਰਮ ਚੂਜ਼ ਕਰਨ ਜਾ ਰਿਹਾ। ਠੀਕ ਹੈ ਜੀ। ਤੁਸੀਂ ਕਹੋਗੇ ਸਰ ਅਸੀਂ ਤਾਂ ਡਿਵਿਜ਼ੀਬਿਲਟੀ ਪੜ੍ਹੀ ਹੋਈ ਹੈ, ਸਾਨੂੰ ਤਾਂ ਬੜੀ ਚੰਗੀ ਤਰ੍ਹਾਂ ਆਉਂਦੀ ਆ, ਬਟ ਕੋਈ ਗੱਲ ਨਹੀਂ, ਅਸੀਂ ਦੁਬਾਰਾ ਫਿਰ ਪੜ੍ਹਾਂਗੇ। ਤੁਸੀਂ ਬਹੁਤ ਛੋਟੀਆਂ ਕਲਾਸਾਂ 'ਚ ਇਹ ਸਾਰਾ ਕੁਛ ਪੜ੍ਹਿਆ ਹੋਇਆ, ਅਸੀਂ ਫਿਰ ਦੁਬਾਰਾ ਡਿਸਕਸ ਕਰਾਂਗੇ। ਉਹ ਦੇਖੋ ਡਿਵਿਜ਼ੀਬਿਲਟੀ ਕੀ ਆ। ਤੁਸੀਂ ਕੀ ਕਰਦੇ ਆ, ਸਪੋਜ਼ ਕਰੋ ਤੁਸੀਂ 8 ਨੂੰ ਡਿਵਾਈਡ ਕਰਨਾ 2 ਦੇ ਨਾਲ, ਤਾਂ ਰਿਮਾਈਂਡਰ ਕਿੰਨਾ ਆ ਗਿਆ 0। ਜਦੋਂ ਰਿਮਾਈਂਡਰ ਆ ਗਿਆ 0, ਤੁਸੀਂ ਕੀ ਕਹੋਗੇ 2 ਇਜ਼ ਫੈਕਟਰ ਆਫ 8, ਜਾਂ ਤੁਸੀਂ ਕਹੋਗੇ 8 ਡਿਵਿਜ਼ੀਬਲ ਬਾਏ 2, ਜਾਂ ਕਹੋਗੇ 8 ਇਜ਼ ਮਲਟੀਪਲ ਆਫ 2। ਬੜੇ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ। ਠੀਕ ਹੈ ਜੀ, ਬਹੁਤ ਤਰੀਕੇ ਨਾਲ ਤੁਸੀਂ ਕਹਿ ਸਕਦੇ ਆ। ਉਹ ਹੁਣ ਧਿਆਨ ਨਾਲ ਤੁਸੀਂ ਗੱਲ ਸਮਝਣੀ ਆ। ਤੁਸੀਂ ਇਹ ਕਹਿ ਸਕਦੇ ਆ 2 ਡਿਵਾਈਡਸ 8। ਇੱਦਾਂ ਵੀ ਕਹਿ ਸਕਦੇ ਆ। ਇੱਦਾਂ ਵੀ ਕਹਿ ਸਕਦੇ ਆ 2 ਇਜ਼ ਮਲਟੀਪਲ ਆਫ 8। ਤੁਸੀਂ ਇੱਦਾਂ ਵੀ ਕਹਿ ਸਕਦੇ ਆ 2 ਇਜ਼ ਮਲਟੀਪਲ ਆਫ 8। ਤੁਸੀਂ ਇੱਦਾਂ ਵੀ ਕਹਿ ਸਕਦੇ ਆ 2 ਇਜ਼ ਫੈਕਟਰ ਆਫ 8। ਦੇਖੋ ਇਹਨੂੰ ਅਸੀਂ ਇੱਦਾਂ ਵੀ ਲਿਖ ਸਕਦੇ ਸੀ 8 2 into 4। ਜਦੋਂ ਅਸੀਂ 8 ਨੂੰ ਲਿਖਾਂਗੇ 8 ਇਜ਼ ਇਕੁਅਲ ਟੂ 2 into 4 ਪਲੱਸ ਰਿਮਾਈਂਡਰ ਹੁੰਦਾ, ਰਿਮਾਈਂਡਰ ਹੋ ਗਿਆ ਇੱਥੇ 0। ਹਾਂਜੀ, ਰਿਮਾਈਂਡਰ ਹੋ ਗਿਆ 0। ਤੁਸੀਂ ਕੀ ਕਹਿੰਦੇ ਆ 2 ਇਜ਼ ਫੈਕਟਰ ਆਫ 8 ਆਲਸੋ 4 ਇਜ਼ ਫੈਕਟਰ ਆਫ 8। ਚਲੋ ਅਸੀਂ 2 ਸਪੋਜ਼ ਕਰਦੇ ਕਿਉਂਕਿ 2 ਦੇ ਨਾਲ ਡਿਵਾਈਡ ਕੀਤਾ। 2 ਇਜ਼ ਫੈਕਟਰ ਆਫ 8। 2 ਇਜ਼ ਫੈਕਟਰ ਆਫ 8। ਇੱਦਾਂ ਵੀ ਕਹਿ ਲੱਗਦਾ ਕਿ 2 ਨੇ 8 ਨੂੰ ਪੂਰਾ ਡਿਵਾਈਡ ਕਰਤਾ। 2 ਡਿਵਾਈਡਸ 8। 2 ਡਿਵਾਈਡਸ 8 ਨੂੰ ਅਸੀਂ ਜੇ ਲਿਖਣਾ ਹੋਵੇ ਮੈਥੇਮੈਟੀਕਲੀ ਤਾਂ ਇੱਦਾਂ ਲਿਖੀਦਾ, ਜਿਹਨੂੰ ਅਸੀਂ ਸਲੈਸ਼ ਕਹਿੰਦੇ ਆ 2 ਡਿਵਾਈਡਸ 8। ਇਸ ਤਰੀਕੇ ਨਹੀਂ ਲਿਖਣਾ, ਇਹ ਗਲਤ ਆ। ਠੀਕ ਹੈ ਜੀ, ਅਸੀਂ ਲਿਖਣਾ 2 ਡਿਵਾਈਡਸ 8, ਜਾਂ ਇੱਦਾਂ ਇਹਨੂੰ ਰੀਡ ਕਰਨਾ 2 ਇਜ਼ ਫੈਕਟਰ ਆਫ 8। ਅਤੇ ਜਾਂ ਕੀ ਕਵਾਂਗੇ ਮਲਟੀਪਲ ਆਫ 8 ਇਜ਼ ਮਲਟੀਪਲ ਆਫ 2। ਕੀ ਕਵਾਂਗੇ ਮਲਟੀਪਲ ਆਫ 2। 8 ਇਜ਼ ਮਲਟੀਪਲ ਆਫ 2। ਮੈਂ ਥੋੜ੍ਹਾ ਗਲਤ ਲਿਖ ਦਿੱਤਾ। 2 ਇਜ਼ ਮਲਟੀਪਲ ਆਫ 2। 8 ਇਜ਼ ਇੱਦਾਂ ਲਿਖਾਂਗੇ 8 ਇਜ਼ ਮਲਟੀਪਲ ਆਫ 2। ਠੀਕ ਹੈ ਜੀ, 8 ਇਜ਼ ਮਲਟੀਪਲ ਆਫ 2। ਇਸ ਤਰੀਕੇ ਅਸੀਂ ਦੇਖ ਸਕਦੇ ਹਾਂ। ਮੈਂ ਦੁਬਾਰਾ ਰਿਪੀਟ ਕਰਾਂ, ਡੈਫੀਨੇਸ਼ਨ ਕੀ ਹੈ ਡਿਵਿਜ਼ੀਬਿਲਟੀ ਦੀ, ਉਹ ਅਸੀਂ ਡਿਸਕਸ ਕਰਾਂਗੇ। ਡਿਵਿਜ਼ੀਬਿਲਟੀ ਦੀ ਡੈਫੀਨੇਸ਼ਨ ਡਿਸਕਸ ਕਰੀਏ। A ਡਿਵਾਈਡਸ B। ਇਹ ਸਿੰਬਲ ਹੈ ਡਿਵਾਈਡਸ ਦਾ। ਕਿਵੇਂ ਰੀਡ ਕਰਨਾ ਅਸੀਂ ਇਹਨੂੰ, ਕਿਵੇਂ ਰੀਡ ਕਰਨਾ A ਡਿਵਾਈਡਸ B, ਜਾਂ ਇੱਦਾਂ ਵੀ ਕਹਿ ਲਈਦਾ ਸਮ ਟਾਈਮ A ਇਜ਼ ਫੈਕਟਰ ਆਫ B। A ਇਜ਼ ਫੈਕਟਰ ਆਫ B। ਇੱਦਾਂ ਵੀ ਅਸੀਂ ਇਹਨੂੰ ਰੀਡ ਕਰ ਲੈਂਦੇ ਹਾਂ। A ਡਿਵਾਈਡਸ B ਕਹਿ ਲਓ, ਜਾਂ A ਫੈਕਟਰ ਆਫ B ਕਹਿ ਲਓ, ਮੀਨਿੰਗ ਇੱਕ ਆ। ਡੈਫੀਨੇਸ਼ਨ ਕੀ ਹੋ ਗਈ, A ਡਿਵਾਈਡਸ B ਦੀ ਡੈਫੀਨੇਸ਼ਨ ਕੀ ਆ, ਡਿਵਿਜ਼ੀਬਿਲਟੀ ਦੀ ਡੈਫੀਨੇਸ਼ਨ ਕੀ ਆ, ਦੇਅਰ ਐਗਜ਼ਿਸਟ ਇੰਟੀਜ਼ਰ ਸਮ ਇੰਟੀਜ਼ਰ ਲੈਮਡਾ such that B is equal to A into lambda। B is equal to A into lambda। ਤੁਸੀਂ ਕਹੋਗੇ ਸਰ ਸਮਝ ਨਹੀਂ ਆਈ, ਤਾਂ ਮੈਂ ਕਹੂੰਗਾ ਬੜੇ ਧਿਆਨ ਨਾਲ ਸਮਝੋ। ਮੈਂ ਐਗਜ਼ਾਮਪਲ ਲਈ ਸੀ 8 ਨੂੰ ਡਿਵਾਈਡ ਕੀਤਾ 2 ਦੇ ਨਾਲ, 4 ਕੁਆਸ਼ਚਨ ਆ ਗਿਆ, ਅਤੇ ਰਿਮਾਈਂਡਰ ਆ ਗਿਆ ਮੇਰੇ ਕੋਲ 0। ਅਤੇ ਕੀ ਕਹਿੰਦੇ ਅਸੀਂ 2 ਇਜ਼ ਫੈਕਟਰ ਆਫ 8। ਅਸੀਂ ਇੱਦਾਂ ਲਿਖਿਆ ਸੀ ਨਾ 8 ਇਜ਼ ਇਕੁਅਲ ਟੂ 2 into ਸਮਥਿੰਗ। 8 ਨੂੰ ਕੀ ਲਿਖ ਸਕਦੇ ਹਾਂ 2 into ਸਮਥਿੰਗ। ਇਹਨੂੰ ਅਸੀਂ ਕੀ ਲਿਖ ਸਕਦੇ ਹਾਂ 2 ਡਿਵਾਈਡਸ 8। 2 ਡਿਵਾਈਡਸ 8
8 is equal to 2 into 4 and 2 is 2 divides 8 इदा कह लो 2 8 ਨੂੰ ਪੂਰਾ ਪੂਰਾ ਡਿਵਾਈਡ ਕਰਦਾ ਪਿਆ ਜਾਂ ਇਦਾਂ ਕਹਿ ਲਓ 2 is factor of 8 ਠੀਕ ਹੈ ਜੀ। ਤੇ ਜੇ ਡੈਫੀਨੇਸ਼ਨ ਦੇ ਨਾਲ ਕੰਪੇਅਰ ਕਰੋ a divides b ਇੱਥੇ 2 divides 8 8 is equal to 2 into some integer 8 is equal to 2 into some integer which is 4 b is equal to a into some integer lambda ਇਹ ਡੈਫੀਨੇਸ਼ਨ ਆ divisibility ਦੀ। if a divides b then b is equal to a into some integer ਇਹ ਡੈਫੀਨੇਸ਼ਨ ਆ divisibility ਦੀ ਠੀਕ ਹੈ ਜੀ। ਇਹ ਡੈਫੀਨੇਸ਼ਨ ਆ divisibility ਦੀ। ਅਸੀਂ ਬਹੁਤ ਸਾਰੀਆਂ ਐਗਜ਼ਾਮਪਲ ਲੈ ਸਕਦੇ ਹਾਂ। ਸਪੋਜ਼ ਕਰੋ ਮੈਂ 3 ਦੇ ਨਾਲ ਡਿਵਾਈਡ ਕੀਤਾ 15 ਨੂੰ 15 ਨੇ ਤਾਂ ਹੋਣਾ ਨਹੀਂ। ਸਪੋਜ਼ ਕਰੋ 16 ਨੂੰ ਕੀਤਾ ਠੀਕ ਹੈ ਜੀ। ਹੁਣ ਮੈਂ 3 ਦੇ ਨਾਲ ਜਦੋਂ ਡਿਵਾਈਡ ਕਰਾਂਗਾ ਤਾਂ ਮੇਰੇ ਕੋਲ ਸਮ ਇੰਟੀਜ਼ਰ 20 ਮਿਲੇਗਾ। ਦੇਰ ਇਜ਼ ਸਮ 20 ਇਹ ਮੇਰੇ ਕੋਲ ਕੀ ਆ ਇਹ b ਇਹ ਕੀ ਹੈ ਮੇਰੇ ਕੋਲ a ਦੇਰ ਇਜ਼ ਸਮ ਇੰਟੀਜ਼ਰ 20 ਸੱਚ ਦੈਟ ਰਿਮਾਈਂਡਰ 0 so 60 can be written as 2 into some there is just some integer which is 20 so here lambda ਕੀ ਆ 20 so ਅਸੀਂ ਕਵਾਂਗੇ 2 divides 60 260 ਨੂੰ ਪੂਰਾ ਪੂਰਾ ਡਿਵਾਈਡ ਕਰਦਾ। ਜਦੋਂ ਅਸੀਂ ਇਹ ਲਿਖਿਆ ਨਾ a divides b ਜਾਂ ਲਿਖਿਆ 2 divides 60 ਕਹਿੰਦਾ ਮੀਨਿੰਗ ਆ 260 ਨੂੰ ਪੂਰਾ ਪੂਰਾ ਡਿਵਾਈਡ ਕਰਦਾ ਜਾਂ ਕਹਿ ਲਓ 2 is factor of 60 ਠੀਕ ਹੈ ਜੀ। ਤੇ ਜਾਂ ਕਹਿ ਲਓ 2 divides 60 ਜਾਂ ਇੱਦਾਂ ਕਹਿ ਲਓ 60 ਜਾਂ ਇੱਦਾਂ ਕਹਿ ਲਓ 60 divides 2 divides 60 ਜਾਂ ਇੱਦਾਂ ਕਹਿ ਲਓ 60 is divisible by 2 ਇੱਦਾਂ ਵੀ ਕਹਿ ਸਕਦੇ ਹਾਂ। ਮੈਂ ਇੱਥੇ ਨੀਚੇ ਲਿਖਦਾ ਕਿਸ ਕਿਸ ਤਰੀਕੇ ਅਸੀਂ ਬੋਲ ਸਕਦੇ ਹਾਂ ਉਹ ਮੈਂ ਸਾਰਾ ਆਪਾਂ ਦੱਸਦੇ ਹਾਂ। ਅਸੀਂ ਇੱਦਾਂ ਕਹਿ ਸਕਦੇ ਹਾਂ ਇੱਦਾਂ ਵੀ ਕਹਿ ਸਕਦੇ ਹਾਂ a is factor of ਇੱਕ ਤਾਂ ਮੈਥਡ ਹੋ ਗਿਆ ਬੋਲਣ ਦਾ a is factor of b ਜਾਂ ਕਹਿ ਲਓ a divides b ਚਾਹੇ ਇੱਦਾਂ ਕਹਿ ਲਓ ਚਾਹੇ ਕਹਿ ਲਓ b is divisible by a ਜਾਂ ਇੱਦਾਂ ਕਹਿ ਲਓ b divisible by a b a ਦੇ ਨਾਲ divisible ਹੋ ਰਿਹਾ ਡਿਵਾਈਡ ਹੋ ਰਿਹਾ a b divisible by a ਜਾਂ ਇੱਦਾਂ ਕਹਿ ਲਓ ਇੱਦਾਂ ਵੀ ਕਹਿ ਸਕਦੇ ਹਾਂ b is multiple of a b is multiple of a b a ਦਾ ਮਲਟੀਪਲ ਵੀ ਆ। ਇਹਨਾਂ ਤਰੀਕਿਆਂ ਦੇ ਨਾਲ ਅਸੀਂ ਇਹ ਰਾਈਟ ਡਾਊਨ ਕਰ ਸਕਦੇ ਹਾਂ। ਇੱਦਾਂ ਵੀ ਕਹਿ ਸਕਦੇ ਹਾਂ a is factor of b ਇੱਦਾਂ ਵੀ ਕਹਿ ਸਕਦੇ ਹਾਂ a divides b ਇੱਦਾਂ ਵੀ ਕਹਿ ਸਕਦੇ ਹਾਂ b divisible by a ਇੱਦਾਂ ਵੀ ਕਹਿ ਸਕਦੇ ਹਾਂ b is multiple of a ਇਸ ਦਾ ਵੀ ਕਿਹਾ ਜਾ ਸਕਦਾ। ਇਹ ਸੀ ਡੈਫੀਨੇਸ਼ਨ divisibility ਦੀ। ਉਸ ਤੋਂ ਬਾਅਦ ਕੁਛ ਅਸੀਂ ਰਿਜ਼ਲਟ ਡਿਸਕਸ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਡੈਫੀਨੇਸ਼ਨ ਸਮਝ ਆ ਗਈ ਹੋਏਗੀ ਨਹੀਂ ਆਈ ਹੋਏਗੀ ਤਾਂ ਹੌਲੀ ਹੌਲੀ ਆ ਜਾਏਗੀ। ਇਹ ਐਕਸਰਸਾਈਜ਼ ਫਸਟ ਚੈਪਟਰ ਦੀ ਪਹਿਲੀ ਐਕਸਰਸਾਈਜ਼ ਹੋਣੀ ਹੈ ਪਾਰਟ ਫਸਟ ਮੈਂ ਤਾਂ ਲਿਖਿਆ ਪਾਰਟ ਸੈਕੰਡ 'ਚ ਇਹ ਜਿਹੜੀ ਐਕਸਰਸਾਈਜ਼ ਖਤਮ ਹੋ ਜਾਣੀ ਹੈ ਫਿਰ ਅਸੀਂ ਉਸ ਤੋਂ ਅਗਲਾ ਟੌਪਿਕ ਸ਼ੁਰੂ ਕਰਾਂਗੇ। ਇਹ ਮੈਂ ਸ਼ੁਰੂ ਕੀਤਾ ਹੋਇਆ ਡਿਵਿਜ਼ੀਬਿਲਟੀ ਐਂਡ ਡਿਵੀਜ਼ਨ ਐਲਗੋਰਿਥਮ। ਮੈਂ ਹਜੇ ਡਿਵਿਜ਼ੀਬਿਲਟੀ ਦੀ ਗੱਲ ਕਰਦਾ ਪਿਆ ਇੱਦਾਂ ਹੀ ਮੈਂ ਫਰਦਰ ਡਿਵੀਜ਼ਨ ਐਲਗੋਰਿਥਮ ਦੀ ਗੱਲ ਕਰੂੰਗਾ ਠੀਕ ਹੈ ਜੀ। ਹੁਣ ਕੁਛ ਰਿਜ਼ਲਟ ਆ ਇੱਕ ਤਾਂ ਇਹੀ ਰਿਜ਼ਲਟ ਹੋ ਗਿਆ ਫਸਟ ਰਿਜ਼ਲਟ ਆਪਾਂ ਇਹਨੂੰ ਹੀ ਕਹਿ ਦਈਏ ਇਫ a divides b there exist b is equal to a into lambda lambda belongs to some integer a divides b then b is equal to a into something some integer lambda is some integer। second result a divides b then a divides b into something where k belongs to integer। ਇਹ ਗੱਲ ਵੀ ਹੁਣ ਧਿਆਨ ਨਾਲ ਸਮਝੋ ਮੈਂ ਐਗਜ਼ਾਮਪਲ ਦੇ ਕੇ ਸਮਝਾਊਂਗਾ। ਜੇ a b ਨੂੰ ਡਿਵਾਈਡ ਕਰਦਾ ਤਾਂ a b into something ਨੂੰ ਵੀ ਡਿਵਾਈਡ ਕਰੂਗਾ ਜਿਹਨੂੰ ਅਸੀਂ ਸਮਥਿੰਗ ਕਹਿ ਰਹੇ ਨਾ ਆਲਵੇਜ਼ ਇੰਟੀਜ਼ਰ। ਤੁਸੀਂ ਕਹੋਗੇ ਸਰ ਸਮਝ ਨਹੀਂ ਆਈ ਤੇ ਮੈਂ ਕਹੂੰਗਾ ਇੱਕ ਐਗਜ਼ਾਮਪਲ ਦੇਖੋ ਮੈਂ ਕਹੂੰਗਾ 2 divides 8 ਤੁਸੀਂ ਕਹੋਗੇ ਬਿਲਕੁਲ 2 8 ਨੂੰ ਡਿਵਾਈਡ ਕਰਦਾ
2 इज़ फैक्टर ऑफ 8 कह लो, 2 डिवाइड्स 8 कह लो, ठीक है जी। करदा ना, करदा 2 8 ਨੂੰ डिवाइड करदा, हाँ जी। इंपलाइज 2 ਨੂੰ नीचे मल्टीप्लाई करो, ਜਿਹਦੇ ਨਾਲ मर्जी कर दो। मान लो मैं 3 ना, तुसीं कहोगे सर 3 ना कर दो, मैं 3 ना करती, किन्ने हुंदे आ जो 3 ना कीता किहदे कोल आना 2 डिवाइड्स 24, तो बिल्कुल सही है। ਜਦੋਂ ਜੇ 2 8 ਨੂੰ ਕਰਦਾ ਤਾਂ ਨੀਚੇ ਜਿਹਦੇ ਨਾਲ ਮਰਜ਼ੀ ਮਲਟੀਪਲਾਈ ਕਰ ਦਿਓ, 2 24 ਨੂੰ ਵੀ ਡਿਵਾਈਡ ਕਰੂਗਾ ਹੀ ਕਰੂਗਾ। ਕਰਕੇ ਦੇਖ ਲਓ, ਆ ਦੇਖੋ 2 24 ਨੂੰ ਡਿਵਾਈਡ ਕਰਦਾ ਤੇ ਸਮ ਇੰਟੀਜ਼ਰ 12 ਆ ਗਿਆ, ਤੇ ਇੱਥੇ ਵੀ ਆ ਦੇਖੋ ਰਿਮਾਈਂਡਰ ਆ ਗਿਆ 0, ਕਰ ਗਿਆ ਨਾ ਡਿਵਾਈਡ। ਕਹਿਣ ਦਾ ਮੀਨਿੰਗ ਇਹ ਆ ਕਿ ਜੇ A B ਨੂੰ ਡਿਵਾਈਡ ਕਰਦਾ ਤਾਂ ਨੀਚੇ ਜਿਹਨੂੰ ਮਰਜ਼ੀ ਮਲਟੀਪਲਾਈ ਕਰ ਦਿਓ ਉਹ ਉਹਨੂੰ ਵੀ ਡਿਵਾਈਡ ਕਰੇਗਾ। ਇਹ ਹੁਣ ਰਿਜ਼ਲਟ ਯਾਦ ਰੱਖਿਓ, ਇਫ A ਡਿਵਾਈਡਸ B ਦੈਨ A ਡਿਵਾਈਡਸ B ਇਨਟੂ ਸਮ ਇੰਟੀਜ਼ਰ। थर्ड, इफ A डिवाइड B, इफ A डिवाइड B then ਉੱਪਰ ਵੀ ਮਲਟੀਪਲਾਈ ਕੀਤਾ ਜਾ ਸਕਦਾ, ਸੇਮ ਦੇ ਨਾਲ ਨੀਚੇ ਵੀ ਕੀਤਾ ਜਾ ਸਕਦਾ। ਇੱਦਾਂ ਵੀ ਕਹਿ ਸਕਦੇ ਹਾਂ ਕਿ A ਇੰਟੂ KB, ਸੇਮ ਟੂ ਸੇਮ ਮਲਟੀਪਲਾਈ ਕਰ ਦਿਓ, ਵੇਅਰ K ਕੀ ਆ ਇੰਟੀਜ਼ਰ। ਤੁਸੀਂ ਕਹੋਗੇ ਸਰ ਫਿਰ ਐਗਜ਼ਾਮਪਲ ਦੇ ਕੇ ਸਮਝਾਓ, ਤਾਂ ਲਓ 2 ਡਿਵਾਈਡਸ 8, ਓਕੇ ਹਾਂਜੀ, तो मल्टीप्लाई कर दो उपर नीचे। सपोज करो 3 ਦੇ ਨਾਲ ਉੱਪਰ ਕੀਤੀ, 3 इंटू 2, 3 ਦੇ ਨਾਲ मल्टीप्लाई करो किन्ने आ गए 6, नीचे 3 ना करो किन्ने आ गए 24। तो देखो 6 24 ਨੂੰ भी डिवाइड करदा, 6 24 ਨੂੰ भी डिवाइड करदा, 4 आएगा, देयर जस्ट 4 सच दैट 24 इज़ इक्वल टू 6 इंटू 4। नैक्सट रिजल्ट आ 4th, if A divide B and then further B divide C, A B ਦਾ ਫੈਕਟਰ ਆ, B C ਦਾ ਹੋਵੇ, then ਫਿਰ ਕੀ ਰਿਜ਼ਲਟ ਆ, then A C ਦਾ ਫੈਕਟਰ ਵੀ ਹੋਏਗਾ, A C ਦਾ ਫੈਕਟਰ ਵੀ ਹੋਏਗਾ। ਤੁਸੀਂ ਕਹੋਗੇ ਸਰ ਫਿਰ ਐਗਜ਼ਾਮਪਲ ਦੇ ਕੇ ਸਮਝਾਓ, ਤੇ ਮੈਂ ਕਹੂੰਗਾ ਲਓ ਜੀ, ਮੈਂ ਕਹੂੰਗਾ 2 ਡਿਵਾਈਡ ਕਰਦਾ 8 ਨੂੰ, ਤੁਸੀਂ ਕਹੋਗੇ ਸਰ ਬਿਲਕੁਲ ਠੀਕ ਆ। अच्छा, मैं कहूँगा 8 किनू डिवाइड करता, मान लो जो मर्जी लिख दो, 16 लिख दो, 32 लिख दो, 32 ਨੂੰ करदा, 2 8 ਨੂੰ डिवाइड करदा, 8 ਜੇ 32 ਨੂੰ ਕਰਦਾ ਹੋਵੇ ਦੈਨ ਬੜੇ ਧਿਆਨ ਨਾਲ ਸਮਝਿਓ 2 32 ਨੂੰ ਵੀ ਕਰੇਗਾ ਹੀ ਕਰੇਗਾ, 2 32 ਨੂੰ ਵੀ ਡਿਵਾਈਡ ਕਰੇਗਾ। ਇਹ ਰਿਜ਼ਲਟ A ਡਿਵਾਈਡ B ਦੈਨ ਸੇਮ B ਡਿਵਾਈਡ C ਦੈਨ A डिवाइड C। देख लो तुहाडे सामने 2 इज़ आल्सो फैक्टर ऑफ 32, ओके समझ आ गई। नैक्सट रिजल्ट आ रिजल्ट नंबर 5, इफ A डिवाइड B एंड आल्सो A डिवाइड C then नंबर फर्स्ट ऊपर सेम है, ख्याल रखियो फैक्टर सेम है, A इज़ फैक्टर ऑफ B, A इज़ फैक्टर ऑफ C, then A इज़ फैक्टर ऑफ, फैक्टर बोल लो चाहे डिवाइड बोल दो, A डिवाइड B, A डिवाइड C, then फर्स्ट रिजल्ट ये आ कि B प्लस C ਨੂੰ भी डिवाइड करूँ। सैकेंड रिजल्ट ये आ कि A B माइनस C ਨੂੰ भी करूँ, ठीक है जी। फोर्थ रिजल्ट ये आ, थर्ड रिजल्ट ये आ ਇਹ ਇਹਨਾਂ ਦੇ ਮਲਟੀਪਲਾਂ ਨੂੰ ਵੀ ਕਰੂ। ਇੱਕ ਅਸੀਂ ਰਿਜ਼ਲਟ ਪੜ੍ਹਿਆ ਸੀ ਨਾ ਨੀਚੇ, ਜਿਹਦੇ ਨਾਲ ਮਰਜ਼ੀ ਮਲਟੀਪਲਾਈ ਕਰ ਸਕਦੇ ਹਾਂ। ਜੇ ਮੈਂ B ਨੂੰ ਕਰਦਾ L ਦੇ ਨਾਲ, C ਨੂੰ ਕਰਦਾ M ਦੇ ਨਾਲ, ਤੇ ਉਹਨਾਂ ਦਾ ਸਮ ਜਾਂ ਡਿਫਰੈਂਸ ਨੂੰ ਵੀ ਡਿਵਾਈਡ ਕਰੂਗੀ। ਸਪੋਜ਼ ਕਰੋ ਮੈਂ ਇੱਦਾਂ ਲਿਖਦਾ LB ਪਲੱਸ MC, ਮੈਂ ਇੱਦਾਂ ਵੀ ਕਹਿ ਸਕਦਾ, ਮੈਂ ਇੱਦਾਂ ਵੀ ਕਹਿ ਸਕਦਾ A ਡਿਵਾਈਡ LB ਮਾਈਨਸ MC। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਮੈਂ ਇੱਕ ਵਾਰੀ ਫਿਰ ਰਿਪੀਟ ਕਰਦਾ, A ਡਿਵਾਈਡ B ਹੋਵੇ ਦੈਨ A ਡਿਵਾਈਡ C ਹੋਵੇ ਦੈਨ A ਉਹਨਾਂ ਦੇ ਸਮ ਨੂੰ ਵੀ ਡਿਵਾਈਡ ਕਰਦਾ, ਡਿਫਰੈਂਸ ਨੂੰ ਵੀ ਕਰਦਾ, ਮਲਟੀਪਲਸ ਦੇ ਸਮ ਨੂੰ ਵੀ ਕਰਦਾ, ਮਲਟੀਪਲ ਦੇ ਡਿਫਰੈਂਸ ਨੂੰ ਵੀ ਕਰਦਾ। ਕਹਿਣ ਦਾ ਮੀਨਿੰਗ ਇਹ ਆ, ਇਹਨੂੰ ਕਿਸੇ ਵੀ ਰਕਮ ਨਾਲ B ਨੂੰ ਮਲਟੀਪਲਾਈ ਕਰਕੇ, ਇੱਦਾਂ C ਨੂੰ ਵੀ ਕਿਸੇ ਵੀ ਟਰਮ ਦੇ ਨਾਲ ਮਲਟੀਪਲਾਈ ਕਰਕੇ, ਕਿਸੇ ਵੀ ਇੰਟੀਜ਼ਰ ਨਾਲ ਮਲਟੀਪਲਾਈ ਕਰਕੇ ਐਡ ਵੀ ਕਰ ਸਕਦੇ ਆ ਨੀਚੇ, ਅਤੇ ਮਾਈਨਸ ਵੀ ਕਰ ਸਕਦੇ ਆ। ਇਹ ਰਿਜ਼ਲਟ ਵੀ ਤੁਸੀਂ ਐਜ਼ ਇਟ ਇਜ਼ ਯਾਦ ਰੱਖਣੇ ਆ। ਨੈਕਸਟ ਤੁਸੀਂ ਕਹੋਗੇ ਸਰ ਇਹ ਤਾਂ ਬਹੁਤ ਸਿੰਪਲ ਹੈ, ਸਾਨੂੰ ਸਮਝ ਆਈ ਜਾ ਰਹੀ ਹੈ। ਦੇਖ ਲਓ ਅਸੀਂ ਨੰਬਰ ਥਿਊਰੀ ਤੁਸੀਂ ਪਹਿਲਾਂ ਵੀ ਪੜ੍ਹੀ ਆ, ਇੰਟੀਜ਼ਰ ਤਾਂ ਪਹਿਲਾਂ ਵੀ ਪੜ੍ਹੇ ਆ, ਪਰ ਇਹ ਤੁਸੀਂ ਇਹ ਚੀਜ਼ਾਂ ਕਦੇ ਸੋਚੀਆਂ ਨਹੀਂ ਹੋਣੀਆਂ ਜੋ ਤੁਸੀਂ ਹੁਣ ਪੜ੍ਹਨੀਆਂ। ਇੱਕ ਡਿਫਰੈਂਟ ਇੱਕ ਟੋਪਿਕ ਆ, ਇਹ ਸਾਰਾ ਜਿਹੜਾ ਸਿਲੇਬਸ ਆ ਨਾ, ਸਾਰਾ ਜਿਹੜਾ ਪੇਪਰ ਆ ਬਹੁਤ ਹੀ ਅਲੱਗ ਆ।
ਚਾਹੇ ਤੁਹਾਡਾ ਪਿਛਲਾ ਬੇਸ ਹੈਗਾ ਚਾਹੇ ਨਹੀਂ ਹੈਗਾ, ਇਹ ਤਾਂ ਸਮਝ ਆ ਹੀ ਜਾਣਾ। ਇਹਦਾ ਪਿੱਛੇ ਕਿਤੇ ਵੀ ਤੁਹਾਡਾ ਕੋਈ ਬੇਸ ਨਹੀਂ ਹੋਣਾ। ਇਹ ਨਹੀਂ ਕਿ ਤੁਹਾਨੂੰ ਟ੍ਰਿਗਨੋਮੈਟਰੀ ਨਹੀਂ ਆਉਂਦੀ ਤੇ ਕੋਈ ਗੱਲ ਨਹੀਂ, ਇੱਥੇ ਕਿਹੜਾ ਯੂਜ਼ ਹੋਣੀ। ਤੁਸੀਂ ਕਹੋਗੇ ਸਾਨੂੰ ਇੰਟੈਗਰਲ ਨਹੀਂ ਆਉਂਦਾ, ਇੱਥੇ ਕਿਹੜਾ ਯੂਜ਼ ਹੋਣਾ, ਨਾ ਇੱਥੇ ਡੈਰੀਵੇਟਿਵ ਯੂਜ਼ ਹੋਵੇ, ਕੁਛ ਵੀ ਯੂਜ਼ ਨਹੀਂ ਹੋਣਾ। ਇਸ ਕਰਕੇ ਇਹ ਇੱਕ ਅਲੱਗ ਜਿਹੀ ਦੁਨੀਆ ਨੰਬਰ ਥਿਊਰੀ ਦੀ। ਹਾਂਜੀ, ਇਹ ਅਸੀਂ ਰਿਜ਼ਲਟ ਲਿਖੇ। ਨੈਕਸਟ ਰਿਜ਼ਲਟ ਆ A ਡਿਵਾਈਡ B ਹੋਵੇ ਐਂਡ B ਡਿਵਾਈਡ C ਹੋਵੇ, ਦੈਨ A ਇਜ਼ ਇਕੁਅਲ ਟੂ B ਵੀ ਹੋ ਸਕਦਾ, ਜਾਂ ਪੋਸੀਬਿਲਿਟੀ ਹੋ ਸਕਦੀ ਆ A ਇਜ਼ ਇਕੁਅਲ ਟੂ ਮਾਈਨਸ B, ਜਾਂ ਇੱਦਾਂ ਲਿਖ ਲਈਦਾ A ਇਜ਼ ਇਕੁਅਲ ਟੂ ਪਲੱਸ ਮਾਈਨਸ B। ਇਫ A ਡਿਵਾਈਡਸ B ਹੋਵੇ, B ਡਿਵਾਈਡ C ਹੋਵੇ, ਦੈਨ A ਇਜ਼ ਇਕੁਅਲ ਟੂ B ਮਾਈਨਸ C। ਇਹ ਵੀ ਤੁਸੀਂ ਰਿਜ਼ਲਟ ਜਿਹੜਾ ਯਾਦ ਰੱਖੋਗੇ। ਉਸ ਤੋਂ ਬਾਅਦ ਇਹ ਰਿਜ਼ਲਟ ਪੜ੍ਹਨ ਤੋਂ ਬਾਅਦ ਹੁਣ ਮੈਂ ਕੁਝ ਫਾਰਮੂਲੇ ਦੱਸੂਗਾ ਤੁਹਾਨੂੰ। ਫਸਟ ਫਾਰਮੂਲਾ A ਰੇਜ਼ ਟੂ ਪਾਵਰ n ਪਲੱਸ B ਰੇਜ਼ ਟੂ ਪਾਵਰ n। ਇਹ ਫਾਰਮੂਲਾ ਆਪਾਂ ਦੇਖੀਏ ਕੀ ਫਾਰਮੂਲਾ। ਤੁਸੀਂ ਕਹੋਗੇ ਸਰ ਅਸੀਂ ਇੱਦਾਂ ਦਾ ਪੜ੍ਹਿਆ। ਚਲੋ ਪਹਿਲੇ ਮੈਂ ਫਾਰਮੂਲਾ ਲਿਖ ਦੇਵਾਂ। ਤੁਸੀਂ AQ ਪਲੱਸ BQ ਦਾ ਫਾਰਮੂਲਾ ਪੜ੍ਹਿਆ, AQ ਮਾਈਨਸ BQ ਦਾ ਪੜ੍ਹਿਆ, ਅਤੇ ਮੈਂ n ਪਾਵਰ ਦਾ ਫਾਰਮੂਲਾ ਲਿਖਾ ਰਿਹਾ। ਜੇ ਤੁਹਾਨੂੰ n ਦਾ ਆਉਂਦਾ ਫਿਰ ਤੁਸੀਂ ਕੋਈ ਵੀ ਫਾਰਮੂਲਾ ਰਾਈਟ ਡਾਊਨ ਕਰ ਸਕਦੇ ਹੋ। ਠੀਕ ਹੈ ਜੀ, n ਦੀ ਵੈਲਿਊ ਪੁੱਟ ਕਰਕੇ A ਪਲੱਸ B ਇੰਟੂ A ਰੇਜ਼ ਟੂ ਪਾਵਰ n ਮਾਈਨਸ 1 ਮਾਈਨਸ A ਰੇਜ਼ ਟੂ ਪਾਵਰ n ਮਾਈਨਸ 2 ਇੰਟੂ B ਪਲੱਸ A ਰੇਜ਼ ਟੂ ਪਾਵਰ n ਮਾਈਨਸ 3 ਇੰਟੂ B ਸਕੁਏਅਰ ਮਾਈਨਸ A ਰੇਜ਼ ਟੂ ਪਾਵਰ n ਮਾਈਨਸ 4 B ਕਿਊਬ ਐਂਡ ਚੱਲਦੇ ਜਾਣਾ ਸੋ ਔਨ। ਇਸ ਤਰੀਕੇ ਐਂਡ 'ਤੇ ਕੀ ਆ ਜਾਏਗਾ, ਐਂਡ 'ਤੇ ਆ ਜਾਏਗਾ B ਰੇਜ਼ ਟੂ ਪਾਵਰ n ਮਾਈਨਸ 1। ਠੀਕ ਹੈ ਜੀ, ਇਹ ਆ ਜਾਏਗੀ ਐਂਡ ਵਾਲੀ ਟਰਮ। ਕੀ ਹੋ ਰਿਹਾ ਇਹਦੇ ਵਿੱਚ A ਪਲੱਸ B, ਉਸ ਤੋਂ ਬਾਅਦ ਜੇ ਇੱਥੇ ਪਲੱਸ ਆ ਤਾਂ ਇੱਕ ਵਾਰੀ ਮਾਈਨਸ ਆਉਣਾ, ਇੱਕ ਵਾਰੀ ਪਲੱਸ ਆਉਣਾ, ਅਲਟਰਨੇਟਿਵਲੀ ਸਾਈਨ ਚੱਲਦੇ ਪਏ ਆ। A n ਮਾਈਨਸ 1 ਆ ਫਸਟ ਟਰਮ, ਜੇ A ਤੇ n ਮਾਈਨਸ 1 ਆ ਤਾਂ ਉੱਧਰ B ਤੇ n ਮਾਈਨਸ 1 ਹੋਣਾ। ਦੈਨ ਮਾਈਨਸ A ਦੀ ਪਾਵਰ ਡਿਕਰੀਜ਼ ਹੋਈ ਜਾ ਰਹੀ ਆ, B ਦੀ ਇਨਕਰੀਜ਼ ਹੋਈ ਜਾ ਰਹੀ ਆ। ਬਹੁਤ ਸਿੰਪਲ ਆ। ਠੀਕ ਹੈ ਜੀ, ਇੱਥੇ n ਮਾਈਨਸ 1, ਇੱਥੇ B ਦੀ 1 ਆ ਪਾਵਰ, ਅਤੇ ਬੇਸ ਸੇਮ ਪਾਵਰ ਐਡ ਕਰੋਗੇ n ਮਾਈਨਸ 1 ਟੋਟਲ ਪਾਵਰ ਬਣਨੀ ਚਾਹੀਦੀ ਹਰ ਇੱਕ ਥਾਂ 'ਤੇ। n ਮਾਈਨਸ 4 ਕਹਿੰਦਾ ਮੀਨਿੰਗ ਆ A ਦੀ ਡਿਕਰੀਜ਼ ਹੋ ਰਹੀ ਹੈ ਅਤੇ B ਦੀ ਪਾਵਰ ਇਨਕਰੀਜ਼ ਹੋ ਰਹੀ ਹੈ। ਠੀਕ ਹੈ ਜੀ, ਉਮੀਦ ਹੈ ਕਿ ਸਮਝ ਆ ਗਈ ਹੋਏਗੀ। A ਰੇਜ਼ ਟੂ ਪਾਵਰ n ਮਾਈਨਸ B ਰੇਜ਼ ਟੂ ਪਾਵਰ n, A ਮਾਈਨਸ B A n ਮਾਈਨਸ 1 ਪਲੱਸ A n ਮਾਈਨਸ 2 into B A n minus 3 B square and so on B raised to power A raised to B raised to power n minus 1। ਇਹ ਹੈ ਫਾਰਮੂਲਾ। ਇੱਥੇ ਮਾਈਨਸ ਆ, ਬਾਕੀ ਇੱਥੇ ਸਾਰਿਆਂ 'ਚ ਪਲੱਸ ਆਉਣਾ। ਇਹ ਅਸੀਂ ਫਾਰਮੂਲਾ ਬਹੁਤ ਜ਼ਿਆਦਾ ਯੂਜ਼ ਕਰਨਾ, ਇਹ ਤੁਹਾਨੂੰ ਆਉਣਾ ਚਾਹੀਦਾ। ਹੁਣ ਤੁਸੀਂ ਕਹੋਗੇ ਸਰ ਆਪਾਂ ਡਿਵਿਜ਼ੀਬਿਲਟੀ ਕਰ ਲਈ, ਮੈਂ ਕਹੂੰਗਾ ਬਿਲਕੁਲ। ਅਤੇ ਹੁਣ ਤੁਸੀਂ ਕਹੋਗੇ ਸਰ ਹੁਣ ਡਿਵੀਜ਼ਨ ਐਲਗੋਰਿਥਮ ਵੀ ਕਰਵਾ ਦਿਓ। ਬਿਲਕੁਲ, ਤੁਹਾਨੂੰ ਪਹਿਲਾਂ ਹੀ ਆਉਂਦਾ ਕੀ ਹੁੰਦਾ ਡਿਵੀਜ਼ਨ ਐਲਗੋਰਿਥਮ। ਹੁਣ ਆਪਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕੀ ਹੈ ਡਿਵੀਜ਼ਨ ਐਲਗੋਰਿਥਮ। ਡਿਵੀਜ਼ਨ ਐਲਗੋਰਿਥਮ ਕੀ ਆ, ਹੁਣ ਮੈਂ ਕਰਾਉਣ ਜਾ ਰਿਹਾ ਡਿਵੀਜ਼ਨ ਐਲਗੋਰਿਥਮ। ਸਪੋਜ਼ ਕਰੋ ਤੁਸੀਂ ਬਿਲਕੁਲ ਇੱਦਾਂ ਹੀ ਤੁਸੀਂ 2 ਨੂੰ ਡਿਵਾਈਡ ਕੀਤਾ, 2 ਦੇ ਨਾਲ ਡਿਵਾਈਡ ਕੀਤਾ 7 ਨੂੰ, ਸਮ ਇੰਟੀਜ਼ਰ 3 ਆਇਆ, 6 ਰਿਮਾਈਂਡਰ 1। ਇਹਨੂੰ ਕਹਿੰਦੇ ਆ ਡਿਵੀਜ਼ਨ ਐਲਗੋਰਿਥਮ। ਅੱਛਾ, ਉਹ ਕਿਵੇਂ? ਹਾਂਜੀ, 7 ਇਜ਼ ਇਕੁਅਲ ਟੂ 2 ਇੰਟੂ 3 ਪਲੱਸ 1। 7 ਇਜ਼ ਇਕੁਅਲ ਟੂ 2 ਇੰਟੂ 3 ਪਲੱਸ ਰਿਮਾਈਂਡਰ 1। ਅਤੇ ਤੁਹਾਨੂੰ ਇਹ ਪਤਾ ਜਿਹੜਾ ਰਿਮਾਈਂਡਰ ਆ ਇਹ 2 ਤੋਂ ਲੈਸ ਹੁੰਦਾ। ਠੀਕ ਹੈ ਜੀ, 2 ਤੋਂ ਲੈਸ ਹੁੰਦਾ। ਉਹ ਮੈਂ ਥੋੜ੍ਹਾ ਡਿਟੇਲ ਸਮਝਾਉਣਾ। ਇਹ ਸੀ ਤੁਹਾਡੀ ਪੁਰਾਣੀ ਡਿਵੀਜ਼ਨ। ਅਤੇ ਡਿਵੀਜ਼ਨ ਐਲਗੋਰਿਥਮ ਕੀ ਆ ਹੁਣ ਮੈਂ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ। ਸਪੋਜ਼ ਕਰੋ ਤੁਸੀਂ ਲਿਖਿਆ B ਨੂੰ A ਨਾਲ ਡਿਵਾਈਡ ਕਰਦੇ ਪਏ ਆ, ਸਮ ਕੋਸ਼ੈਂਟ ਆ ਗਿਆ Q, ਐਂਡ ਕਿਤੇ ਚੱਲਦੇ ਤੁਹਾਡੇ ਕੋਲ ਇੱਥੇ ਰਿਮਾਈਂਡਰ ਬਚ ਗਿਆ R। ਦੈਨ B ਨੂੰ ਅਸੀਂ ਲਿਖਾਂਗੇ A ਇੰਟੂ
क्यू प्लस आर, बी इज़ इक्वल टू ए इंटू क्यू प्लस आर, वेयर आर जीरो भी हो सकता, जीरो के इक्वल पाता, बट ऑलवेज लैस दैन ए तो की होएगा लैस होएगा, जिहदे नाल डिवाइड करना उस तो लैस होएगा। जे ए नैगेटिव भी हो सकता, जे असीं नैगेटिव डिवाइड करते पे तो इत्थे कई बारी मोड भी पा लईदा, तुसीं मोड तो बिना ही हजे चलो, फिर तुहानूं समझ नहीं आनी। नहीं तो ये है डिवीजन एल्गोरिथम। तुसीं कहोगे सर चंगी तरह समझाओ, तो मैं एक एग्जाम्पल लेना तुहाडे सामने, बड़े ध्यान दे नाल समझनी आ, ठीक है जी। ये तुसीं राइट डाउन कर लेना, मेरी ये पूरे तुसीं नोट तैयार करने आ, क्योंकि हुण समैसटर 5 की स्टडी स्टार्ट हो जानी है, चाहे वो गुरु नानक देव यूनीवर्सिटी आ, चाहे वो अपने पटियाला यूनीवर्सिटी आ, ठीक है जी, चाहे चंडीगढ़ यूनीवर्सिटी है, सारियां च ये किसी ना किसी समैसटर च ये सिलेबस आंदा। तुसीं वीडियो नूं रोक रोक के नोट्स तैयार करने आ, बहुत ही मज़े आने वाले आ, बहुत ही इंटरस्टिंग ये टॉपिक है। हुण ध्यान नाल समझिओ गल, सपोज करो मैं 2 दे नाल डिवाइड करन लग्या किसी सम इंटीजर नूं, सपोज करो मेरे कोल 15 आ, ठीक है जी, मेरे कोल की आ 15, मैं 2 दे नाल डिवाइड किया 15 नूं, तो की होना, रिमाइंडर कितना आ गया 1। सपोज करो मैं 2 नूं डिवाइड करना, 2 दे नाल डिवाइड करना, जे 60 नूं करा फिर की आना, फिर रिमाइंडर आ गया 0। तुसीं कहोगे सर किसी होर नाल डिवाइड करो, 2 नूं असीं किहनूं डिवाइड करिए, सपोज करो 14 नूं कीता, जां चलो मैं 17 दे नाल 17 नूं करदा 2 दे नाल डिवाइड, तो की होना, एक रिमाइंडर आ गया। तुसीं कहोगे सर 18 नूं करो, 18 नूं 2 दे नाल डिवाइड करो, तो की आ जाएगा, रिमाइंडर 0 आ जाएगा। होर देख लो, इधर तुसीं जो डिवाइड करते जाओगे ना, तो की होना, 15 नूं 2 दे नाल कीता तो रिमाइंडर 1 आया, 16 नूं 2 दे नाल कीता 0 आया, 17 2 दे नाल कीता 1 आया, 18 2 दे नाल कीता 0 आया। तो असीं की देखते हैं, रिमाइंडर जां तां 0 आ रहा जां 1 आ रहा, कदों जदों असीं डिवाइड किहदे नाल करदे पे आ 2 दे नाल। तो बड़ी ध्यान नाल गल समझनी आ, जदों 2 दे नाल डिवाइड करो रिमाइंडर जां तां 0 आऊगा जां 1 आऊगा, जां तां आऊगा 0 जां आऊगा 1। उम्मीद है कि तुहानूं समझ आ गई होएगी, ठीक है जी, उम्मीद है कि तुहानूं समझ आ गई होएगी। किसी भी टर्म नूं तुसीं 2 नाल डिवाइड करदे आ, रिमाइंडर आना 0 जां 1 आना। नैक्सट इहनूं लिखण दा मैथड हुंदा, उहनूं लिखण दा मैथड की आ, 2 इंटू समथिंग इदां लिखीदा, 2k प्लस 0 हो गया इत्थे, ठीक है जी। फिर उस तो बाद आना 2k प्लस 1, ठीक है ना, जो क्वेश्चन आना उन्होंने के सपोज कर लो, इत्थे हो गया 2k प्लस 1, इत्थे हो गया 2k प्लस 0, 2k प्लस 1, 2k प्लस 0। कहने का मीनिंग है जो असीं 2 दे नाल डिवाइड करते हैं उसकी टाइप बननी आ 2k प्लस 0 और 2k प्लस 1, जे असीं सिर्फ पॉजिटिव की गल करिए। नैगेटिव वाले केस में कुछ होर तरीका। हुण असीं 3 दे नाल डिवाइड करके देखते हैं, 3 दे नाल डिवाइड करो, सपोज करो 15 ही आ, 15 दे नाल डिवाइड किया, रिमाइंडर 0 आ गया। 16 नूं करो, 16 नूं 3 दे नाल डिवाइड करो, रिमाइंडर 1 आ गया। 17 नूं करो 3 दे नाल डिवाइड, रिमाइंडर 2 आ गया। 18 नूं करो डिवाइड 2 दे नाल, 3 दे नाल करते पे सॉरी, तो की आ जाएगा, रिमाइंडर फिर आ जाएगा 0। इदां तुसीं 19 3 नाल करोगे फिर आ जाएगा 1। तो की होना, जदों भी असीं 3 दे नाल डिवाइड करना तो रिमाइंडर जां तां आना 0 1 2, 0 1 2। सो किहड़ी टाइप बननी है, जदों 3 दे नाल डिवाइड करना, क्वेश्चन नूं असीं के जे लिख लईए जां क्यों भी कह सकते हैं, प्लस 0 आ सकदा, जां ए वाली फॉर्म बन सकती आ, तो जां ए वाली फॉर्म बन सकती है। 3 इंटू कोशेंट प्लस 0, 3 इंटू कोशेंट प्लस 1, 3 इंटू कोशेंट प्लस 2, ठीक है जी। ये टाइप बनेगी जी असीं 3 दे नाल डिवाइड करांगे। इदां ही जे मैं 4 दे नाल डिवाइड करा, सपोज करो मैं 4 दे नाल डिवाइड करदा 15 नूं, कितना रिमाइंडर आ गया 3 आ गया। जे मैं 16 दे नाल करा
0 आ गया। 17 ਦੇ ਨਾਲ ਕਰੋ, रिमाइंडर 2 आ गया। 18 ਦੇ ਨਾਲ ਕਰੋ, 17 ਇੱਥੇ 1 ਆ ਗਿਆ, ਇੱਥੇ 2 ਆ ਗਿਆ ਐਂਡ ਸੋ ਔਨ। ਜਦੋਂ ਤੁਸੀਂ 4 ਦੇ ਨਾਲ ਡਿਵਾਈਡ ਕਰੋਗੇ ਤੁਹਾਡੇ ਕੋਲ ਕੀ ਆਣਾ, 4 ਇੰਟੂ ਕੋਸ਼ੈਂਟ ਪਲੱਸ 3, 0 ਵੀ ਆ ਸਕਦਾ। ਆਹ ਟਾਈਪ ਬਣੂਗੀ 4 ਕੋਸ਼ੈਂਟ ਪਲੱਸ 0, 4 ਕਿਊ ਪਲੱਸ 1, 4 ਕਿਊ ਪਲੱਸ 2, 4 ਕਿਊ ਪਲੱਸ 3। ਉਮੀਦ ਆ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਇਹਦੇ 'ਚ ਤੁਸੀਂ 5 ਨਾਲ ਡਿਵਾਈਡ ਕਰੋਗੇ ਤਾਂ ਜਿਹੜੀ ਉਹਦੀ ਟਾਈਪ ਬਣਨੀ ਆ ਉਹ ਬਣਨੀ ਆ 5 ਕਿਊ ਪਲੱਸ 0, 5 ਕਿਊ ਪਲੱਸ 1, 5 ਕਿਊ ਪਲੱਸ 2, 5 ਕਿਊ ਪਲੱਸ 3, 5 ਕਿਊ ਪਲੱਸ 4। ਕਹਿੰਦਾ ਮੀਨਿੰਗ ਆ ਉੱਥੇ ਰਿਮਾਈਂਡਰ ਆਣੇ 0, 1, 2, 3, 4। ਠੀਕ ਹੈ ਜੀ। ਇਹੀ ਅਸੀਂ ਕਹਿ ਰਹੇ ਹਾਂ ਕਿ ਜਦੋਂ ਵੀ ਅਸੀਂ b ਨੂੰ a ਦੇ ਨਾਲ ਡਿਵਾਈਡ ਕਰਾਂਗੇ ਇੱਥੇ ਕੋਈ ਕੁਐਸਚਨ ਆਉਣਾ, ਇੱਥੇ ਰਿਮਾਈਂਡਰ ਆਉਣਾ। ਰਿਮਾਈਂਡਰ ਕਿਹੋ ਜਿਹੇ ਆਣੇ ਆ, 0 ਆ ਸਕਦਾ, 1 ਆ ਸਕਦਾ, 2 ਆ ਸਕਦਾ, 3 ਆ ਸਕਦਾ, a-1 ਵੀ ਆ ਸਕਦਾ। a ਨਹੀਂ ਆਣਾ। ਜਦੋਂ ਫਿਰ a ਆ ਗਿਆ ਫਿਰ ਇੱਥੇ 0 ਆ ਜਾਣਾ ਰਿਮਾਈਂਡਰ, ਫਿਰ ਇੱਥੇ ਇਹਨੇ ਰਿਪੀਟ ਹੋਣ ਲੱਗ ਜਾਣਾ। ਇਸੇ ਚੀਜ਼ ਨੂੰ ਅਸੀਂ ਇਸ ਤਰੀਕੇ ਨਾਲ ਲਿਖਦੇ ਹਾਂ। ਕਿਵੇਂ ਲਿਖਦੇ ਹਾਂ, a ਤੋਂ ਘੱਟ ਸਟਾਰਟ ਕਿੱਥੋਂ ਹੋਣਾ, 0 ਤੋਂ। 0 ਤੋਂ ਲੈ ਕੇ 0 ਤੋਂ ਸਟਾਰਟ ਕਰਕੇ a ਤੋਂ ਲੈਸ ਤੱਕ ਜਾਣਾ। ਇਸੇ ਚੀਜ਼ ਨੂੰ ਅਸੀਂ ਇਸ ਤਰੀਕੇ ਲਿਖ ਸਕਦੇ ਹਾਂ, 0, 1, 2, 3, a-1। ਉਮੀਦ ਆ ਕਿ ਸਮਝ ਆ ਗਈ ਤੁਹਾਨੂੰ। ਠੀਕ ਹੈ ਜੀ। ਇਹ ਸੀ ਡਿਵੀਜ਼ਨ ਐਲਗੋਰਿਥਮ, ਇਹ ਸੀ ਡਿਵੀਜ਼ਨ ਐਲਗੋਰਿਥਮ। ਇੱਕ ਚੀਜ਼ ਹੋਰ ਦੱਸਦਾ, ਈਵਨ ਇੰਟੀਜ਼ਰ ਨੂੰ ਅਸੀਂ ਕਿਵੇਂ ਰਾਈਟ ਡਾਊਨ ਕਰਨਾ। ਈਵਨ ਇੰਟੀਜ਼ਰ ਨੂੰ ਕਿਵੇਂ ਰਾਈਟ ਡਾਊਨ ਕਰਨਾ, ਈਵਨ ਇੰਟੀਜ਼ਰ ਨੂੰ ਅਸੀਂ ਕਿਵੇਂ ਰਾਈਟ ਡਾਊਨ ਕਰਨਾ, ਉਹਨੂੰ ਅਸੀਂ ਲਿਖਾਂਗੇ ਆਹ ਟਾਈਪ 2k ਵੇਅਰ k ਬਿਲੋਂਗਸ ਟੂ ਇੰਟੀਜ਼ਰ। ਈਵਨ ਇੰਟੀਜ਼ਰ ਨੂੰ ਇਸ ਤਰੀਕੇ ਲਿਖਾਂਗੇ 2k, k ਬਿਲੋਂਗਸ ਟੂ ਇੰਟੀਜ਼ਰ। ਔਡ ਇੰਟੀਜ਼ਰ ਨੂੰ ਕਿਵੇਂ ਲਿਖਣਾ ਅਸੀਂ, ਠੀਕ ਹੈ ਜੀ। ਔਡ ਇੰਟੀਜ਼ਰ ਨੂੰ ਅਸੀਂ ਮੋਸਟਲੀ 2k ਪਲੱਸ 1 ਟਾਈਪ ਲਿਖਦੇ ਹਾਂ, k ਬਿਲੋਂਗਸ ਟੂ ਇੰਟੀਜ਼ਰ। ਹਾਂਜੀ। ਈਵਨ ਇਹ ਔਡ 2k ਮਾਈਨਸ 1 ਟਾਈਪ ਵੀ ਹੋ ਸਕਦੀ ਆ, ਬਟ ਅਸੀਂ ਇੱਥੇ ਰਿਮਾਈਂਡਰ 0 ਅਤੇ ਇੱਥੇ ਰਿਮਾਈਂਡਰ 1 ਲੈ ਕੇ ਚੱਲਦੇ ਪਏ ਹਾਂ, ਕਿਉਂਕਿ ਈਵਨ ਔਡ ਦੇਖਣ ਦੇ ਲਈ 2 ਦੇ ਨਾਲ ਡਿਵਾਈਡ ਕਰੀਦਾ। ਜੇ 2 ਦੇ ਨਾਲ ਡਿਵਾਈਡ ਕਰੀਏ ਤਾਂ ਇੱਥੇ ਰਿਮਾਈਂਡਰ 0, ਇੱਥੇ ਰਿਮਾਈਂਡਰ 1। ਜੇ ਰਿਮਾਈਂਡਰ 0 ਆ ਤਾਂ ਈਵਨ ਇੰਟੀਜ਼ਰ ਆ, ਜੇ ਰਿਮਾਈਂਡਰ 1 ਆ ਤਾਂ ਔਡ ਇੰਟੀਜ਼ਰ ਆ। ਜਾਂ ਸਿੱਧਾ ਯਾਦ ਰੱਖੋ, ਈਵਨ ਇੰਟੀਜ਼ਰ 2k, ਔਡ ਇੰਟੀਜ਼ਰ 2k ਪਲੱਸ 1। ਠੀਕ ਹੈ ਜੀ। ਹੁਣ ਮੈਂ ਮੂਵ ਕਰਨ ਲੱਗਿਆ ਐਕਸਰਸਾਈਜ਼ ਵੱਲ। ਰੈਡੀ ਸਾਰੇ। ਫਸਟ ਕੁਐਸਚਨ ਹੈ ਜੀ, ਇਹ ਰਹੀ ਮੇਰੀ ਸ਼ਰਮਾ ਪਬਲੀਕੇਸ਼ਨ ਦੀ ਬੁੱਕ ਜੋ ਮੈਂ ਆਪਣੇ ਕਾਲਜ ਲਗਵਾਉਣਾ, ਅਤੇ ਉਹਦੀ ਐਕਸਰਸਾਈਜ਼ 'ਤੇ ਮੈਂ ਪਹੁੰਚ ਗਿਆ। 1A ਐਕਸਰਸਾਈਜ਼ ਆ, 1A। ਇਹ ਮੈਂ ਕੁਐਸਚਨ ਕਰਾਉਣ ਜਾ ਰਿਹਾ। ਬਹੁਤ ਸਾਰੇ ਕੁਐਸਚਨ ਆ ਇਹਦੇ ਉੱਪਰ, 43 ਕੁਐਸਚਨਸ ਆ, ਮੈਂ ਸਾਰੇ ਕਰਾਉਣੇ ਆ। ਠੀਕ ਹੈ ਜੀ। ਸਭ ਤੋਂ ਫਸਟ ਕੁਐਸਚਨ ਤਾਂ ਮੈਂ ਨਹੀਂ ਕਰਾ ਰਿਹਾ, ਮੈਂ ਥਰਡ ਕੁਐਸਚਨ ਤੋਂ ਸ਼ੁਰੂ ਕਰਾਉਣ ਜਾ ਰਿਹਾ। ਕੀ ਸਟੇਟਮੈਂਟ ਆ, ਸ਼ੋ ਦੈਟ, ਬੜੇ ਧਿਆਨ ਨਾਲ ਸਮਝਿਓ, ਸ਼ੋ ਦੈਟ 2n-1 is divisible by 15। ਨਾਲ ਗਿਵਨ ਆ, ਇਹ ਕਿਹਾ if n is an even positive integer, where n is an n is an even positive integer। ਇਹ ਗਿਵਨ ਆ, n ਕੀ ਆ, ਈਵਨ ਪੋਜ਼ਿਟਿਵ ਇੰਟੀਜ਼ਰ ਆ। ਇਹ ਹੈ ਸਟੇਟਮੈਂਟ। ਗਿਵਨ ਆ n ਇਜ਼ ਈਵਨ ਪੋਜ਼ਿਟਿਵ ਇੰਟੀਜ਼ਰ, ਸ਼ੋ ਕਰਨਾ 2n-1 ਡਿਵੀਜ਼ੀਬਲ ਬਾਏ 15, ਕਿ 15 ਦੇ ਨਾਲ ਪੂਰਾ ਡਿਵਾਈਡ ਹੋ ਜਾਂਦਾ। ਇਹ ਜੋ ਵੀ ਉਹਨਾਂ ਦਾ ਕਹਿਣ ਦਾ ਮੀਨਿੰਗ ਇਹ ਆ ਕਿ 15 ਦੇ ਨਾਲ ਜੋ ਵੀ ਰਕਮ ਹੋਏਗੀ ਪੂਰਾ ਡਿਵਾਈਡ ਹੋ ਜਾਣਾ, ਅਤੇ ਰਿਮਾਈਂਡਰ ਸ਼ੋ ਕਰਨਾ 0 ਆ। ਠੀਕ ਹੈ ਜੀ, ਰਿਮਾਈਂਡਰ ਸ਼ੋ ਕਰਨਾ 0 ਆ। ਇਹ ਆ ਜੀ ਇਸ ਕੁਐਸਚਨ 'ਚ ਜੋ ਉਹਨਾਂ ਨੇ ਡਿਮਾਂਡ ਕੀਤੀ।
ਹੁਣ ਮੈਂ ਇਹਨੂੰ ਸੋਲਵ ਕਰਨ ਜਾ ਰਿਹਾ, ਬਹੁਤ ਈਜ਼ੀ ਆ। ਸੋਲੂਸ਼ਨ, ਸਿੰਸ n is even positive integer, ਸੋ n ਦੀ ਟਾਈਪ ਕੀ ਹੋਏਗੀ 2k where k is some integer. Now 2 raised to power 2n minus 1 can be written as 2k, ਵੈਲਿਊ ਪੁੱਟ ਕਰਤੀ ਜਿੱਥੇ n ਸੀ, ਕਿਉਂਕਿ n ਕੀ ਆ ਈਵਨ ਆ, ਈਵਨ ਨੂੰ ਅਸੀਂ ਕੀ ਲਿਖਦੇ ਹਾਂ 2k, n ਦੀ ਥਾਂ 'ਤੇ ਪੁੱਟ ਕਰਤਾ 2k। ਅੰਡਰਸਟੈਂਡ? ਤੁਸੀਂ ਕਹੋਗੇ ਸਰ ਬਿਲਕੁਲ ਹਾਂਜੀ। ਇਹਨੂੰ ਮੈਂ ਲਿਖ ਸਕਦਾ 2 ਰੇਜ਼ ਟੂ ਪਾਵਰ 2 × 2 4 ਹੋ ਗਈ, ਠੀਕ ਹੈ ਜੀ, 4 ਹੋ ਗਈ। ਕੇ ਮਾਈਨਸ 1 ਰੇਜ਼ ਟੂ ਪਾਵਰ 1 ਰੇਜ਼ ਟੂ ਪਾਵਰ ਜਿੰਨੀ ਮਰਜ਼ੀ ਕਰ ਦਿਓ, 1 ਹੀ ਰਹਿਣਾ। ਇਹ ਬਣ ਗਿਆ 16 ਰੇਜ਼ ਟੂ ਪਾਵਰ ਕੇ ਮਾਈਨਸ 1 ਰੇਜ਼ ਟੂ ਪਾਵਰ ਕੇ। ਇਹ ਚੀਜ਼ ਬਣ ਗਈ। ਉਮੀਦ ਆ ਕਿ ਸਮਝ ਆ ਗਈ ਹੋਏਗੀ, ਠੀਕ ਹੈ ਜੀ। ਹੁਣ ਇੱਥੇ ਮੈਂ ਫਾਰਮੂਲਾ ਲਿਖਵਾਇਆ ਸੀ ਤੁਹਾਨੂੰ a ਰੇਜ਼ ਟੂ ਪਾਵਰ n ਮਾਈਨਸ b ਰੇਜ਼ ਟੂ ਪਾਵਰ n, ਉਹ ਅਸੀਂ ਲਗਾਉਣਾ। ਕੀ ਸੀ ਫਾਰਮੂਲਾ 16 ਮਾਈਨਸ 1 16k ਮਾਈਨਸ 1, ਸਾਰਿਆਂ 'ਚ ਪਲੱਸ ਆਉਣਾ, ਮਾਈਨਸ ਵਾਲੇ ਸਾਰਿਆਂ 'ਚ ਪਲੱਸ ਆਉਣਾ। 16k ਮਾਈਨਸ 2 1 ਲਿਖੋ ਚਾਹੇ ਨਾ ਲਿਖੋ ਕੋਈ ਪ੍ਰੋਬਲਮ ਨਹੀਂ। 16k ਮਾਈਨਸ 3 ਐਂਡ ਸੋ ਔਨ, ਐਂਡ 'ਤੇ ਕੀ ਆ ਜਾਣਾ 1। ਇਹ ਕੀ ਆ ਗਿਆ 16 ਮਾਈਨਸ 1 ਆ ਗਿਆ 15। ਇਹਨੂੰ ਧਿਆਨ ਨਾਲ ਸਮਝਣਾ। ਤੁਸੀਂ k ਨੂੰ ਸਪੋਜ਼ ਕਰੋ 3 ਲੈ ਲਿਆ, ਜੇ k 3 ਲਓਗੇ ਕੀ ਬਣਨਾ 16 ਰੇਜ਼ ਟੂ ਪਾਵਰ 2 16k ਰੇਜ਼ ਟੂ ਪਾਵਰ 1, ਇੱਥੇ 16k ਰੇਜ਼ ਟੂ ਪਾਵਰ 0। ਜੇ ਮੈਂ k 3 ਲੈਣਾ ਉਹਨੂੰ ਸਿੰਪਲੀਫਾਈ ਕਰਕੇ ਦੇਖਿਓ, ਉਹ ਵੀ ਇੱਕ ਆਨਸਰ ਇੰਟੀਜ਼ਰ ਹੀ ਆਉਣਾ। ਮਤਲਬ ਇਹਨੂੰ ਜਿੱਦਾਂ ਮਰਜ਼ੀ ਸਿੰਪਲੀਫਾਈ ਕਰ ਲਓ, ਕਿਉਂਕਿ k ਦੀ ਕੋਈ ਵੀ ਇੰਟੀਜ਼ਰ ਵੈਲਿਊ ਪੁੱਟ ਕਰਿਓ, ਇਹ ਕੀ ਆਉਣਾ ਆਨਸਰ ਕੀ ਆਉਣਾ ਇੰਟੀਜ਼ਰ ਆਊਗਾ, ਸਮ ਇੰਟੀਜ਼ਰ। ਜਦੋਂ ਵੀ ਇੱਦਾਂ ਇੰਟੀਜ਼ਰ ਦੀ ਪਾਵਰ ਕੋਈ ਵੀ ਇੰਟੀਜ਼ਰ ਪੁੱਟ ਕਰੋਗੇ ਤਾਂ ਆਨਸਰ ਇੰਟੀਜ਼ਰ ਹੀ ਆਉਣਾ, ਠੀਕ ਹੈ ਜੀ, ਸਮ ਇੰਟੀਜ਼ਰ ਆ ਜਾਊਗਾ। ਹੁਣ ਬਿਲਕੁਲ ਉਹੀ ਟਾਈਪ ਬਣ ਗਈ। ਜਦੋਂ ਮੈਂ ਇਹ ਲਿਖਾਂ b = a ਲੈਮਡਾ, b ਨੂੰ ਇਹ ਲਿਖਾਂ a ਲੈਮਡਾ, ਲੈਮਡਾ ਕੀ ਹੈ ਸਮ ਇੰਟੀਜ਼ਰ, ਫਿਰ ਅਸੀਂ ਕਹਿ ਸਕਦੇ ਹਾਂ a ਡਿਵਾਈਡਸ b, ਆਹ ਰਿਜ਼ਲਟ ਸੀ a ਡਿਵਾਈਡਸ b। ਮੈਂ ਇੱਦਾਂ ਵੀ ਕਹਿ ਸਕਦਾ ਮਲਟੀਪਲ ਆਫ 15, ਮੈਂ ਇੱਦਾਂ ਵੀ ਕਹਿ ਸਕਦਾ ਮਲਟੀਪਲ ਆਫ 15, ਇੱਦਾਂ ਵੀ ਕਹਿ ਦਿੰਦੇ ਕਈ ਵਾਰ ਸਟੇਟਮੈਂਟ 'ਚ ਕਿ ਸ਼ੋਅ ਕਰੋ ਇਹ ਕੀ ਆ m15 ਆ, ਮਤਲਬ ਮਲਟੀਪਲ ਆਫ 15 ਆ, ਮਤਲਬ 15 ਦਾ ਮਲਟੀਪਲ ਆ। ਜਾਂ ਇੱਦਾਂ ਵੀ ਕਹਿ ਦਿੰਦੇ ਆ ਜਿੱਦਾਂ ਸਾਨੂੰ ਸਟੇਟਮੈਂਟ 'ਚ ਕਿਹਾ ਸ਼ੋਅ ਕਰਨਾ ਕਿ ਇਹ ਡਿਵਾਈਡਸ 15, ਕੀ ਕਵਾਂਗੇ 15 ਡਿਵਾਈਡਸ 2 ਰੇਜ਼ ਟੂ ਪਾਵਰ 2n ਮਾਈਨਸ 1 ਸ਼ੋਅ ਹੋ ਗਿਆ। ਇਹੀ ਸ਼ੋਅ ਕਰਨਾ ਹੈ, ਚਾਹੇ ਇੱਦਾਂ ਲਿਖ ਦਿਓ 15 ਡਿਵਾਈਡਸ ਦਿਸ, ਚਾਹੇ ਲਿਖ ਦਿਓ 15 ਡਿਵਾਈਡਸ ਦਿਸ। ਇਹ ਵਰਡਿੰਗ 'ਚ ਲਿਖਿਆ, ਇਹ ਅਸੀਂ ਉੱਦਾਂ ਮੈਥੇਮੈਟੀਕਲੀ ਲਿਖਿਆ, ਦੋਵਾਂ ਦਾ ਮੀਨਿੰਗ ਸੇਮ ਆ ਅਤੇ ਪ੍ਰੂਫ ਹੋ ਗਿਆ। ਹਾਂਜੀ, ਹੋਰ ਸਮ ਕਰੀਏ। ਨੈਕਸਟ ਇਹ ਸੀ 3rd ਜੋ ਮੇਰੀ ਬੁੱਕ 'ਤੇ ਨੰਬਰ ਆ। ਦੈਨ ਕੁਐਸਚਨ ਆ ਹੋਰ ਸਿੰਪਲ ਇਸ ਤੋਂ। 4th ਕੁਐਸਚਨ ਦੇ 2 ਪਾਰਟ ਆ, ਮੈਂ ਫਸਟ ਪਾਰਟ ਕਰਾਉਣ ਜਾ ਰਿਹਾ। ਬਹੁਤ ਹੀ ਈਜ਼ੀ ਆਏ ਜੋ ਸਿਲੇਬਸ ਆਏ, ਤਾਂ ਮੈਂ ਇਹ ਵੀ ਦੱਸ ਦੇਵਾਂ ਕਈਆਂ ਨੂੰ ਬਹੁਤ ਟਫ ਲੱਗਦਾ, ਡਿਪੈਂਡ ਕਰਦਾ ਕਰਾਉਣ ਵਾਲੇ 'ਤੇ ਉਹ ਕਿਸ ਤਰੀਕੇ ਕਰਵਾ ਰਿਹਾ। ਅਸੀਂ ਬਹੁਤ ਹੀ ਈਜ਼ੀ ਵੇ ਨਾਲ ਕਰਾਂਗੇ, ਇਹ ਮੇਰੀ ਗਰੰਟੀ ਹੈ। ਹੁਣ ਪ੍ਰੂਫ ਕੀ ਕਰਨਾ, ਸਟੇਟਮੈਂਟ ਆ ਪ੍ਰੂਵ ਦੈਟ 8 ਰੇਜ਼ ਟੂ ਪਾਵਰ n ਮਾਈਨਸ 3 ਰੇਜ਼ ਟੂ ਪਾਵਰ n ਇਜ਼ ਡਿਵਿਜ਼ੀਬਲ ਬਾਏ 5। ਇਹ ਸ਼ੋਅ ਕਰਨਾ ਕਿ 5 'ਤੇ ਡਿਵਾਈਡ ਹੋ ਜਾਂਦਾ, ਠੀਕ ਹੈ ਜੀ। ਇਹ ਸ਼ੋਅ ਕਰਨਾ ਕਿ ਇਹ 5 'ਤੇ ਡਿਵਾਈਡ ਹੋ ਜਾਂਦਾ। ਇਹਦਾ ਸੋਲੂਸ਼ਨ ਕਰੀਏ। ਲਓ ਜੀ 8n ਮਾਈਨਸ 3n, ਫਾਰਮੂਲਾ ਪੜ੍ਹਿਆ a ਰੇਜ਼ ਟੂ ਪਾਵਰ n ਮਾਈਨਸ b ਰੇਜ਼ ਟੂ ਪਾਵਰ n a ਮਾਈਨਸ 3। ਤੁਸੀਂ ਨਾ ਇੱਥੇ ਫਾਰਮੂਲਾ ਰਾਈਟ ਡਾਊਨ ਕਰ ਸਕਦੇ ਆ। ਹੁਣ ਮੈਂ ਵਾਰ-ਵਾਰ ਨਹੀਂ ਲਿਖੂੰਗਾ, ਮੈਂ ਪਹਿਲੇ ਲਿਖਾਂ ਜਾਂ ਤੁਸੀਂ ਉੱਥੋਂ ਦੇਖ ਲੈਣਾ। a ਮਾਈਨਸ b a n minus 1 n minus 2 into 3 n minus 3 square and so on, end ਤੇ 3 raised to power n minus 1। ਇਹ ਕੀ ਹੋ ਗਿਆ, ਇਹ ਹੋ ਗਿਆ 5।
ये जो भी ਸਿੰਪਲੀਫਾਈ करोगे 8 की है साढ़े कोल इंटीजर n-1 भी कोई इंटीजर आएगा सो इत्थे सम इंटीजर आना सम इंटीजर सो मैं कह सकदा 5 डिवाइड्स 8n-3n यही असी शो करना सी। उम्मीद आ कि तुहानूं समझ आ रही होएगी। हुण इहदा सैकेंड पार्ट आ उहदे च की शो करना उहदे च शो करना 3 रेज़ टू पावर सैकेंड पार्ट 3 रेज़ टू पावर 2n प्लस 7 ये है मैनूं लगदा स्टेटमेंट 3 रेज़ टू पावर 2n प्लस 7 शो करना कि ये मल्टीपल ऑफ 8 आ शो दैट ये है पूरी स्टेटमेंट शो दैट मल्टीपल ऑफ 8 शो करना मल्टीपल ऑफ 8 ये शो करना सैकेंड पार्ट बहुत ईजी है सोल्यूशन 3 रेज़ टू पावर 2n प्लस 7 किमें करोगे 3 रेज़ टू पावर 2 रेज़ टू पावर n कर दो ठीक है जी। एक मैं की करूँगा इत्थे -1 कर देना तो 1 ही प्लस कर दिए 8 आ जाऊगा 8 - 1 7 ही होंदा ना ठीक है। हुण इत्थे असीं फार्मूला अप्लाई करांगे बड़े ध्यान नाल समझना 3 रेज़ टू पावर 2 की होंदा 9 रेज़ टू पावर n -1 रेज़ टू पावर n ठीक है जी। ये हो गया प्लस 8 प्लस की हो गया 8 हाँ जी a रेज़ टू पावर n -b रेज़ टू पावर n a -b a रेज़ टू पावर n -1 a रेज़ टू पावर इत्थे a की वैल्यू कितनी आ 9 9n-2 9n-3 एंड सो ऑन प्लस 1 ये हो गया जी इत्थे प्लस 1 प्लस 8 भी आ टोटल ये भी 9 - 1 8 हो गया 8 मैं कर लूँगा कॉमन ये बाकी बचे 9n-1 प्लस 9n-2 एंड सो ऑन ये प्लस 1 तो आना ही आना इत्थों तक एक प्लस 8 कॉमन किए प्लस 1 एक होर आ गया कहने का मीनिंग आ ये की बन जाना 8 इंटू सम इंटीजर आ गया जो सम इंटीजर आ गया लैफ्ट साइड तो मेरे को 3 रेज़ टू पावर 2n प्लस 7 सो मैं कह सकदा मल्टीपल ऑफ 8 यही शो करना सी ये जी टर्म आ मल्टीपल ऑफ 8 आ शो हो गया। नैक्सट क्वेश्चन ਅਸੀਂ जल्दी जल्दी क्वेश्चन करांगे क्योंकि टाइम बहुत हो चुके 37 मिनट हो चुके हैं मैं 40 मिनट की जी वीडियो बनाना 40 मिनट का मेरा लैक्चर आ। नैक्सट क्वेश्चन है जी क्वेश्चन आ कहते x-y ਈਵਨ जब मैं करन लग्या क्वेश्चन नंबर 6 क्वेश्चन का फर्स्ट पार्ट इफ n ऑड स्टेटमेंट आ if n is odd integer if n is odd integer then show करना n square -1 is equal to m8 m8 means multiple of 8 की ये स्टेटमेंट कहते जे n odd integer आ then n square -1 multiple of 8 आएगा आंसर वो असी देखना solution n is odd integer कहने का मीनिंग आ n इज़ इक्वल टू 2k + 1 टाइप होएगी वेयर k बिलोंग्स टू इंटीजर असी फाइंड करना n स्केयर -1 ये वैल्यू कैलकुलेट करनी है की आती है n साढ़े कोल 2k + 1 स्केयर -1 स्केयर खोल दो 4k स्केयर प्लस 4k + 1 -1 1 -1 कैंसल हो गए 4k स्केयर प्लस 4k मिल गया दैन 4k हो गए कॉमन तो सानू मिल गया k × k + 1 तुसीं कहोगे सर मल्टीपल ऑफ 8 शो करना है तो मल्टीपल ऑफ 4 आ मल्टीपल ऑफ 4 भी शो कर सकते हैं बट 8 किमें बनाना वो बड़े ध्यान नाल समझना k कोमा k + 1 ये की आ कंजैक्टिव इंटीजर आ कंजैक्टिव इंटीजर आ तुसीं कहोगे सर वो की हुंदे आ कंजैक्टिव इंटीजर मीनस एक 7 ते 8 लगातार जिहड़े दो आंदे आ
1 ਦਾ ਡਿਫਰੈਂਸ ਹੁੰਦਾ, ਜਿਨ੍ਹਾਂ ਦੇ ਵਿੱਚ ਉਹ ਹੁੰਦੇ ਕੰਜੈਕਟਿਵ ਇੰਟੀਜ਼ਰ। 8 9 10 11 9 10 ਇਹ ਸਾਰੇ ਕੀ ਆ ਕੰਜੈਕਟਿਵ ਇੰਟੀਜ਼ਰ। ਉਹਨਾਂ ਤੁਸੀਂ ਦੇਖਿਓ ਉਹਨਾਂ ਦੀ ਜਿਹੜੀ ਪ੍ਰੋਡਕਟ ਆ ਨਾ ਉਹ ਹਮੇਸ਼ਾ ਈਵਨ ਹੁੰਦੀ ਆ। ਉਹ ਕੀ ਹੁੰਦੀ ਆ? ਈਵਨ ਹੁੰਦੀ ਆ। ਜੇ ਈਵਨ ਹੁੰਦੀ ਆ ਤਾਂ ਉਹਨੂੰ ਅਸੀਂ 2 ਇੰਟੂ ਸਮਥਿੰਗ ਲਿਖ ਲਈਦਾ। 2 ਇੰਟੂ ਸਮਥਿੰਗ ਲਿਖ ਲਈਦਾ ਵੇਅਰ ਲੈਮਡਾ ਬਿਲੋਂਗਸ ਟੂ ਇੰਟੀਜ਼ਰ। ਮੈਂ 2 ਲੈਮਡਾ ਲਿਖ ਲਈ। ਉਮੀਦ ਆ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਜੇ 7 ਲੈਂਦੇ ਆ ਪ੍ਰੋਡਕਟ ਕੀ ਆ ਗਈ 56 ਅਤੇ 56 ਕੀ ਆ ਈਵਨ ਵਿੱਚ ਈਵਨ ਉਹਨੂੰ ਅਸੀਂ ਕੀ ਲਿਖਾਂਗੇ 2 ਇੰਟੂ ਸਮਥਿੰਗ। k ਇੰਟੂ k ਪਲੱਸ 1 ਆਰ ਕੰਜੈਕਟਿਵ ਇੰਟੀਜ਼ਰ, ਸੋ k ਇੰਟੂ k ਪਲੱਸ 1 ਈਵਨ। ਜੇ ਈਵਨ ਹੈ ਤੁਹਾਨੂੰ ਲਿਖਾਂਗੇ 2 ਲੈਮਡਾ। ਸੋ ਇਹ ਕੀ ਆ ਕੰਜੈਕਟਿਵ ਆ। ਕੀ ਲਿਖੂੰਗਾ ਮੈਂ ਇਹਨੂੰ 2 ਲੈਮਡਾ ਵੇਅਰ ਲੈਮਡਾ ਬਿਲੋਂਗਸ ਟੂ ਇੰਟੀਜ਼ਰ ਵਿਚ ਇਜ਼ 8 ਲੈਮਡਾ। ਸੋ ਇਹਨੂੰ ਅਸੀਂ ਕੀ ਲਿਖ ਦਾਂਗੇ ਮਲਟੀਪਲ ਆਫ 8। ਸੋ n ਸਕੁਅਰ ਮਾਈਨਸ 1 ਇਜ਼ ਮਲਟੀਪਲ ਆਫ 8 ਵੈਨ n ਇਜ਼ ਓਡ ਇੰਟੀਜ਼ਰ। ਨੈਕਸਟ ਕੁਐਸਚਨ ਹੈ ਜੀ ਉਹ ਵੀ ਬਿਲਕੁਲ ਸੇਮ ਆ। ਹਾਂ ਚਲੋ ਉਹ ਵੀ ਕਰਵਾ ਦਈਏ। ਨੈਕਸਟ ਕੁਐਸਚਨ ਇਹ ਤੁਹਾਡਾ ਬਣ ਰਿਹਾ ਬੇਸ। ਹੁਣ ਇਹ ਕੁਐਸਚਨ ਪੇਪਰ 'ਚ ਆ ਵੀ ਸਕਦੇ ਆ ਨਹੀਂ ਵੀ ਆ ਸਕਦੇ, ਬਟ ਸਾਨੂੰ ਇਹ ਬੇਸ ਬਣਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਜੋ ਅੱਗੇ ਜਾ ਕੇ ਸਮ ਕਰਾਂਗੇ ਹੁਣ ਸਿੱਧਾ ਤਾਂ ਅਸੀਂ ਟੈਰਸ 'ਤੇ ਜਾ ਨਹੀਂ ਸਕਦੇ, ਸਟੈਪ ਬਾਈ ਸਟੈਪ ਜਾਵਾਂਗੇ ਨਾ। ਇਸ ਕਰਕੇ ਜੇ ਸੈਕਿੰਡ ਪਾਰਟ ਦੀ ਮੈਂ ਗੱਲ ਕਰਾਂ ਉਹਦੇ 'ਚ ਸ਼ੋਅ ਕਰਨਾ prove that 3 raised to power 2n minus 1 is also multiple of 8। ਇਹ ਸ਼ੋਅ ਕਰਨਾ multiple of 8 n belongs to in natural number ਕਿਆ ਇਹ ਸ਼ੋਅ ਕਰਨਾ। ਵੈਰੀ ਸਿੰਪਲ ਸੋਲੂਸ਼ਨ ਇਹਦਾ 3 raised to power 2n minus 1 ਰਾਈਟ ਕਰੋ ਇਹਨੂੰ 3 ਸਕੁਅਰ n minus 1n which is 9n minus 1 raised to power n a n minus b raised to power n a minus b a ਸਕੁਅਰ plus n minus 2 n minus 3 and so on plus 1 ਇਹ ਹੋ ਗਿਆ 8। ਇਹ ਕੀ ਆ ਸਮ ਇੰਟੀਜ਼ਰ। ਇਹ ਕੀ ਹੈ ਸਮ ਇੰਟੀਜ਼ਰ। ਸੋ ਇਹਨੂੰ ਅਸੀਂ ਲਿਖ ਸਕਦੇ ਹਾਂ ਮਲਟੀਪਲ ਆਫ 8 ਕਹਿ ਲਓ, ਚਾਹੇ ਕਹਿ ਲਓ 8 ਡਿਵਾਈਡਸ ਦਿਸ ਇੱਦਾਂ ਵੀ ਕਹਿ ਸਕਦੇ ਹਾਂ। ਇਹ ਸੀ 6 ਕੁਐਸਚਨ ਦਾ ਸੈਕਿੰਡ ਪਾਰਟ। ਬਿਲਕੁਲ ਸੇਮ ਟੂ ਸੇਮ ਥਰਡ ਪਾਰਟ ਆ ਤੁਸੀਂ ਆਪਣੇ ਆਪ ਕਰੋਗੇ। ਠੀਕ ਹੈ ਜੀ, ਬਿਲਕੁਲ ਤੁਸੀਂ ਆਪਣੇ ਆਪ ਕਰੋਗੇ। ਇੱਕ ਹੋਰ ਕੁਐਸਚਨ ਹੈ ਜੋ ਮੈਂ ਛੱਡ ਗਿਆ ਪਿੱਛੇ, ਕੁਐਸਚਨ ਨੰਬਰ 5 ਉਹ ਵੀ ਕਰਵਾ ਚੱਲਾਂ। ਕੁਐਸਚਨ ਨੰਬਰ 5 ਕੁਐਸਚਨ ਨੰਬਰ 5 ਦੀ ਸਟੇਟਮੈਂਟ ਆ ਇਫ ਐਕਸ ਵਾਈ ਆਰ ਪੋਜ਼ਿਟਿਵ ਇੰਟੀਜ਼ਰ। ਐਕਸ ਵਾਈ ਕੀ ਆ ਪੋਜ਼ਿਟਿਵ ਇੰਟੀਜ਼ਰ ਆ। ਇਹ ਕੁਐਸਚਨ ਨੰਬਰ 5 ਆ। ਐਕਸ ਵਾਈ ਕੀ ਆ ਪੋਜ਼ਿਟਿਵ ਇੰਟੀਜ਼ਰ ਆ। ਨਾਲ ਦੀ ਨਾਲ ਉਹਨਾਂ ਦੇ ਦਿੱਤਾ ਐਕਸ ਮਾਈਨਸ ਵਾਈ ਕੀ ਆ ਸਾਡੇ ਕੋਲ ਈਵਨ ਆ। ਠੀਕ ਹੈ ਜੀ, ਅਤੇ ਸ਼ੋਅ ਕਰਨਾ ਦੈਨ ਸ਼ੋਅ ਕੀ ਕਰਨਾ ਐਕਸ ਸਕੁਅਰ ਮਾਈਨਸ ਵਾਈ ਸਕੁਅਰ ਕੀ ਆ ਸਾਡੇ ਕੋਲ ਡਿਵੀਜ਼ੀਬਲ ਬਾਏ 4 ਆ। ਇਹ ਅਸੀਂ ਸ਼ੋਅ ਕਰਨਾ। ਕੀ ਸ਼ੋਅ ਕਰਨਾ ਡਿਵੀਜ਼ੀਬਲ ਬਾਏ 4 ਇਹ ਅਸੀਂ ਸ਼ੋਅ ਕਰਨਾ। ਸੋਲੂਸ਼ਨ ਕਿਵੇਂ ਸ਼ੋਅ ਕਰੋਗੇ ਐਕਸ ਸਕੁਅਰ ਮਾਈਨਸ ਵਾਈ ਸਕੁਅਰ। ਸਭ ਤੋਂ ਪਹਿਲਾਂ ਤਾਂ ਐਕਸ ਮਾਈਨਸ 1 ਐਕਸ ਮਾਈਨਸ ਵਾਈ ਕੀ ਆ ਈਵਨ ਆ। ਜੇ ਈਵਨ ਆ ਤਾਂ ਐਕਸ ਮਾਈਨਸ ਵਾਈ ਨੂੰ ਕੀ ਲਓਗੇ 2 ਇੰਟੂ ਸਮਥਿੰਗ 2k ਟਾਈਪ ਵੇਅਰ ਜਾਂ 2 ਲੈਮਡਾ ਲਿਖ ਲਓ 2 ਲੈਮਡਾ ਬਿਲੋਂਗਸ ਟੂ ਇੰਟੀਜ਼ਰ। ਨਾਓ ਐਕਸ ਸਕੁਅਰ ਮਾਈਨਸ ਵਾਈ ਸਕੁਅਰ ਲਿਖੋ, ਉਹਦੇ 2 ਫੈਕਟਰ ਕਰੋ ਐਕਸ ਮਾਈਨਸ ਵਾਈ ਐਕਸ ਪਲੱਸ ਵਾਈ। ਐਕਸ ਮਾਈਨਸ ਵਾਈ ਗਿਵਨ ਆ, ਇਹ ਦੇਖੋ ਐਕਸ ਮਾਈਨਸ ਵਾਈ 2 ਲੈਮਡਾ ਐਕਸ ਪਲੱਸ ਵਾਈ। ਹੁਣ ਤੁਸੀਂ ਕਹੋਗੇ ਸਰ ਮਲਟੀਪਲ ਆਫ 4 ਸ਼ੋਅ ਕਰਨਾ 4 ਆਉਣਾ ਚਾਹੀਦਾ, ਇਹ ਤਾਂ 2 ਆ। ਬਹੁਤ ਈਜ਼ੀ ਆ, ਉਹ ਵੀ ਆ ਜਾਏਗਾ। ਧਿਆਨ ਨਾਲ ਦੇਖਿਓ 2 ਲੈਮਡਾ ਇਹਨੂੰ ਜੇ ਐਕਸ ਮਾਈਨਸ ਵਾਈ ਲਿਖ ਦਈਏ, ਇਹਨੂੰ ਕੀ ਕਰ ਦਈਏ ਐਕਸ ਮਾਈਨਸ ਵਾਈ ਲਿਖ ਦਈਏ ਪਲੱਸ ਵਾਈ ਕਰ ਦਈਏ ਇੱਦਾਂ ਇਸ ਤਰੀਕੇ ਲਿਖ ਲਈਏ।
ਤੁਸੀਂ ਕਹੋਗੇ ਸਰ ਬਿਲਕੁਲ ਸਹੀ ਹੈਗਾ, -y + 2y ਇੰਨਾ ਹੀ ਹੁੰਦਾ। x - y ਦੀ ਫਿਰ ਵੈਲਿਊ ਪੁੱਟ ਕਰ ਦਿਓ। x - y ਦੀ ਵੈਲਿਊ ਕਿੰਨੀ ਆ, ਇਹ ਦੇਖੋ 2 ਲੈਮਡਾ, ਇਹ ਹੋ ਗਿਆ 2 ਲੈਮਡਾ, ਇਹ ਹੋ ਗਿਆ 2y, 2 ਕਾਮਨ ਕਰੋ ਤੇ ਕੀ ਹੋ ਗਿਆ 4 ਲੈਮਡਾ + y ਵਿਚ ਇਜ਼, ਇਹ ਸਮ ਇੰਟੀਜ਼ਰ ਹੋ ਗਿਆ ਇੰਨਾ, ਸੋ ਮਲਟੀਪਲ ਆਫ 4k ਲਿਖ ਦਿਓ 4k, ਤੇ ਜਾਂ ਕਹਿ ਦਿਓ 4 ਡਿਵਾਈਡਡ ਬਾਏ x² - y²। ਇਹ ਸੀ ਕੁਐਸਚਨ ਨੰਬਰ 6। ਵੀਡੀਓ ਲੰਬੀ ਜਾ ਰਹੀ ਆ, ਹੋਰ ਸਮ ਕਰਾਈਏ ਜਾਂ ਨਾ ਕਰਾਈਏ? ਚਲੋ ਜੀ, ਬਾਕੀ ਮੈਂ ਫਿਰ ਕੱਲ੍ਹ ਕਰੂੰਗਾ ਕੁਐਸਚਨ। ਇੱਦਾਂ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਆ, ਜੇ 2 ਪਾਰਟ ਵਿੱਚ ਨਾ ਹੋਈ ਤਾਂ ਪਾਰਟ 3rd ਵੀ ਕਰ ਦਾਂਗੇ, ਕੋਈ ਪ੍ਰੋਬਲਮ ਨਹੀਂ, ਪਰ ਅਸੀਂ ਕਰਾਂਗੇ ਚੰਗੇ ਤਰੀਕੇ ਦੇ ਨਾਲ। ਜੇ ਕੋਈ ਤੁਹਾਨੂੰ ਸਮਝ ਨਾ ਆਵੇ ਜਿੰਨੇ ਮੈਂ ਕਰਵਾਏ ਆ, ਤੁਸੀਂ ਮੈਨੂੰ ਇਸ ਨੰਬਰ 'ਤੇ ਮੈਸੇਜ ਕਰ ਸਕਦੇ ਆ 9464015050, ਠੀਕ ਹੈ ਜੀ, ਸੁਲਤਾਨਪੁਰ ਲੋਧੀ। ਅਤੇ ਤੁਸੀਂ ਮੈਨੂੰ WhatsApp 'ਤੇ ਇਸ ਨੰਬਰ 'ਤੇ ਉਹ ਕੁਐਸਚਨ ਭੇਜ ਸਕਦੇ ਆ ਕਿ ਸਮਝ ਨਹੀਂ ਆਇਆ, ਅਤੇ ਮੈਂ ਤੁਹਾਨੂੰ ਉਹ ਸੋਲਵ ਕਰਕੇ ਸੈਂਡ ਕਰ ਸਕਦਾ, ਠੀਕ ਹੈ ਜੀ। ਅਤੇ ਮੇਰੀਆਂ ਇਹਨਾਂ ਜੋ ਵੀਡੀਓਜ਼ ਨੂੰ ਅੱਜ ਤੋਂ ਜਿਨ੍ਹਾਂ ਦੀ ਸਟਾਰਟਿੰਗ ਹੋ ਰਹੀ ਹੈ ਨੰਬਰ ਥਿਊਰੀ ਦੀ, ਸ਼ੇਅਰ ਕਰ ਦਿਓ ਬਾਕੀ ਸਟੂਡੈਂਟ ਨੂੰ ਵੀ, ਤਾਂ ਜੋ ਉਹਨਾਂ ਦਾ ਵੀ ਫਾਇਦਾ ਹੋ ਜਾਵੇ। ਨਾਲ ਦੀ ਨਾਲ ਲਾਈਕ ਤਾਂ ਕਰਨੀਆਂ ਤੁਸੀਂ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਚਲੋ ਕੱਲ੍ਹ ਅਸੀਂ ਕਰਾਂਗੇ ਲੈਕਚਰ ਨੰਬਰ 2 ਨੰਬਰ ਥਿਊਰੀ ਦਾ, ਠੀਕ ਹੈ ਜੀ। ਓਕੇ, ਥੈਂਕ ਯੂ।